ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ। ਇਸ ਵੇਲੇ ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ, ਵਿਸਥਾਰ ਦੇ ਨਾਲ ਸਾਰੀਆਂ ਖਬਰਾਂ ਤੇ ਜਾਣਕਾਰੀ ਹਾਸਲ ਕਰਾਂਗੇ। ਫਿਲਹਾਲ ਨਜ਼ਰ ਮਾਰ ਲੈਂਦੇ ਹਾਂ ਹੈਡਲਾਈਨਸ ਤੇ। ਵੈਨਕੂਵਰ ਦੇ ਮੇਅਰ ਨੇ ਵੈਕਸੀਨ ਪਾਸਪੋਰਟ ਦਾ ਵਿਰੋਧ ਕਰਨ ਦੇ ਅਧਿਕਾਰ ਦੀ ਕਹੀ ਗੱਲ, ਪਰ ਹਸਪਤਾਲਾਂ ਮੂਹਰੇ ਵਿਰੋਧ ਕਰਨਾ ਦੱਸਿਆ ਗਲਤ। ਕੈਨੇਡੀਅਨਾਂ ਦੇ ਲਈ ਐਡਵਾਂਸ ਪੋਲਿੰਗ ਦਾ ਖੁੱਲਿਆ ਰਸਤਾ, ਚੋਣ ਕਮਿਸ਼ਨ ਨੇ ਵੋਟ ਭੁਗਤਾਉਣ ਦੀ ਦੱਸੀ ਪ੍ਰਕਿਰਿਆ। ਇਪਸੋਸ ਪੋਲ ਮੁਤਾਬਕ ਕੰਜ਼ਰਵੇਟਿਵ ਆਈ ਮੋਹਰੀ ਕਤਾਰ ਦੇ ਵਿੱਚ ਲਿਬਰਲ ਤੇ ਐਨਡੀਪੀ ਨੂੰ ਕਰਨੀ ਪਵੇਗੀ ਮਿਹਨਤ। ਗੁਆਚੇ ਲਿਬਰਲ ਵੋਟਰਾਂ ਦੀ ਭਾਲ 'ਚ ਟੁੱਟੀ ਲਿਬਰਲ ਪਾਰਟੀ। ਖਬਰਾਂ ਵਿਸਥਾਰ ਦੇ ਨਾਲ। ਲਗਾਤਾਰ ਵੈਕਸੀਨ ਪਾਸਪੋਰਟ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਵੈਨਕੂਵਰ ਮੇਅਰ ਨੇ ਕਿਹਾ ਹੈ ਕਿ ਲੋਕਾਂ ਨੂੰ ਵਿਰੋਧ ਕਰਨ ਦਾ ਅਧਿਕਾਰ ਤਾਂ ਹੈ, ਪਰ ਹਸਪਤਾਲਾਂ ਦੇ ਬਾਹਰ ਵਿਰੋਧ ਕਰਨਾ ਬਿਲਕੁਲ ਗਲਤ ਹੈ। ਇਹ ਨਾ ਕਰੋ। ਯੋਜਨਾਬੱਧ ਹੋਰ ਵਿਰੋਧ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਉਹਨਾਂ ਕਿਹਾ ਹੈ ਕਿ ਸਿਆਸੀ ਮੁੱਦਾ ਬਣਾਉਣ ਲਈ ਦੂਜਿਆਂ ਦੀ ਜਾਨ ਨੂੰ ਖਤਰੇ ਵਿੱਚ ਨਾ ਪਾਵੋ। ਦਰਅਸਲ ਵੈਕਸੀਨ ਪਾਸਪੋਰਟਾਂ ਦੇ ਵਿਰੋਧ ਪ੍ਰਦਰਸ਼ਨਕਾਰੀ ਸੋਮਵਾਰ ਨੂੰ ਦੁਪਹਿਰ ਨੂੰ VGH ਤੇ ਕੈਨੇਡਾ ਦੇ ਹੋਰ ਸਥਾਨਾਂ ਦੇ ਬਾਹਰ ਇਕੱਠੇ ਹੋਣ ਦੇ ਲਈ ਤਿਆਰ ਨੇ। ਪਿਛਲੇ ਹਫ਼ਤੇ ਵੈਨਕੂਵਰ ਜਨਰਲ ਹਸਪਤਾਲ ਵਿਖੇ ਕੋਵਿਡ-19 ਟੀਕੇ ਦੇ ਪਾਸਪੋਰਟਾਂ ਤੇ ਹੋਰ ਉਪਾਵਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਕਾਰਨ ਗੁੱਸੇ ਦੇ ਬਾਵਜੂਦ ਪ੍ਰਦਰਸ਼ਨਕਾਰੀ ਇੱਕ ਹੋਰ ਦੌਰ ਦੀ ਯੋਜਨਾ ਬਣਾ ਰਹੇ ਨੇ। BC ਦੀ ਵੈਕਸੀਨ ਪਾਸਪੋਰਟ ਪ੍ਰਣਾਲੀ ਦੇ ਪ੍ਰਭਾਵੀ ਹੋਣ ਦੇ ਦਿਨ ਸੋਮਵਾਰ ਨੂੰ ਉਸੇ ਹਸਪਤਾਲ ਦੇ ਬਾਹਰ ਇੱਕ ਵਿਰੋਧ ਪ੍ਰਦਰਸ਼ਨ ਹੋਣ ਵਾਲਾ ਹੈ। ਇੱਕ ਦੂਜੇ ਸ਼ਹਿਰਾਂ ਤੇ ਸੂਬਿਆਂ ਦੇ ਵਿੱਚ ਯੋਜਨਾਬੱਧ ਪ੍ਰਦਰਸ਼ਨਾਂ ਦੀ ਇੱਕ ਲੜੀ ਦਾ ਹਿੱਸਾ ਹੈ। ਹਾਲਾਂਕਿ ਬਹੁਤ ਸਾਰੇ ਇਸ ਵਾਰ ਹਸਪਤਾਲ ਦੇ ਸਾਹਮਣੇ ਨਹੀਂ ਹੋਣਗੇ। 1 ਸਤੰਬਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ VGH ਦੇ ਬਾਹਰ ਇਕੱਠੇ ਹੋਣਗੇ। ਹਸਪਤਾਲ ਦੇ ਮਰੀਜ਼ਾਂ, ਸਟਾਫ ਤੇ ਪਰਿਵਾਰਾਂ ਨੂੰ ਪਰੇਸ਼ਾਨ ਕਰ ਰਹੇ ਸਨ ਤੇ ਕੁਝ ਮਾਮਲਿਆਂ ਵਿੱਚ ਹਸਪਤਾਲ ਦੇ ਕੰਮਕਾਜ ਵਿੱਚ ਵਿਘਨ ਵੀ ਪਾ ਰਹੇ ਸਨ। ਅਜਿਹਾ ਲੱਗਦਾ ਹੈ ਕਿ ਅਗਲੇ ਹਫ਼ਤੇ ਉਸੇ ਸਮੂਹ ਕੈਨੇਡੀਅਨ ਫਰੰਟਲਾਈਨ ਨਰਸਾਂ ਦੁਆਰਾ ਕੀਤੀ ਜਾ ਰਹੀ ਹੈ ਜੋ ਲੋਕਾਂ ਨੂੰ ਸੂਚਿਤ ਸਹਿਮਤੀ ਤੇ ਡਾਕਟਰੀ ਆਜ਼ਾਦੀਆਂ ਲਈ ਇਕੱਠੇ ਖੜੇ ਹੋਣ ਦੀ ਅਪੀਲ ਕਰ ਰਹੇ ਨੇ। ਵੈਨਕੂਵਰ ਦੇ ਮੇਅਰ ਕੈਨੇਡੀ ਸਟੀਵਰਟ ਦਾ ਕਹਿਣਾ ਹੈ ਕਿ ਇਹ ਪ੍ਰਦਰਸ਼ਨ ਸਿਰਫ ਹਸਪਤਾਲਾਂ ਦੇ ਸਾਹਮਣੇ ਜਾਰੀ ਨਹੀਂ ਰਹਿ ਸਕਦੇ। ਸਟੀਵਰਟ ਨੇ ਕਿਹਾ ਹੈ ਕਿ ਜਦੋਂ ਉਹ ਪਿਛਲੇ ਹਫ਼ਤੇ ਹੋਏ, ਮੈਂ ਵੈਨਕੂਵਰ ਪੁਲਿਸ ਵਿਭਾਗ ਦੇ ਮੁੱਖ ਐਡਮ ਪੈਮਰ ਦੇ ਨਾਲ ਸਾਡੀ ਸਿਹਤ ਅਥਾਰਟੀ ਨਾਲ ਸਥਿਤੀ ਦੀ ਚੰਗੀ ਤਰ੍ਹਾਂ ਸਮੀਖਿਆ ਕੀਤੀ। ਮੈਂ ਸਮਝਦਾ ਕਿ ਪ੍ਰਾਂਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਕਿਸਮ ਦੀ ਕਾਰਵਾਈ ਬਾਰੇ ਚਿੰਤਤ ਹੈ। ਅਸੀਂ ਆਪਣੇ ਸਾਰੇ ਕਾਨੂੰਨੀ ਵਿਕਲਪਾਂ ਦੀ ਸਮੀਖਿਆ ਕੀਤੀ ਹੈ ਤੇ ਇਹ ਸੁਨਿਸ਼ਚਿਤ ਕਰਨ ਜਾ ਰਹੇ ਹਾਂ ਕਿ ਜਦੋਂ ਲੋਕਾਂ ਨੂੰ ਜ਼ਰੂਰਤ ਹੋਏ ਤਾਂ ਉਹ ਸਿਹਤ ਦੇਖਭਾਲ ਪ੍ਰਾਪਤ ਕਰ ਸਕਣ ਤੇ ਉਹਨਾਂ ਨੂੰ ਹਸਪਤਾਲ ਜਾਣ ਦੇ ਲਈ ਕਿਸੇ ਵੀ ਤਰੀਕੇ ਨਾਲ ਰੁਕਾਵਟ ਪੇਸ਼ ਨਾ ਆਵੇ। ਸਟੀਵਰਟ ਮੁਤਾਬਕ ਇੱਕ ਵਿਕਲਪ ਇੱਕ ਕਾਨੂੰਨੀ ਹੁਕਮ ਹੈ। ਉਹਨਾਂ ਕਿਹਾ ਕਿ ਸ਼ਹਿਰ ਹੋਰ ਕਾਨੂੰਨੀ ਰਾਹ ਵੀ ਲੈ ਸਕਦਾ ਹੈ, ਪਰ ਇਹ ਹੁਕਮ ਇਸ ਸਮੇਂ ਸਮਝਦਾਰੀ ਨਾਲ ਲਿਆ ਸਾਬਿਤ ਹੋਵੇਗਾ। ਉਹਨਾਂ ਦੱਸਿਆ ਕਿ ਫਰੰਟਲਾਈਨ ਵਰਕਰ ਭਾਵੇਂ ਉਹ ਪੁਲਿਸ, ਨਰਸਾਂ, ਡਾਕਟਰ ਜਾਂ ਫਾਇਰ ਫਾਈਟਰਸ ਹੋਣ, ਸਾਰੇ ਦਬਾਅ ਹੇਠ ਨੇ ਤੇ ਸਾਨੂੰ ਉਹਨਾਂ ਦੀ ਲੋੜ ਹੈ। ਸਟੀਵਰਟ ਨੇ ਕਿਹਾ ਕਿ ਅਸੀਂ ਸਾਰੇ 18 ਮਹੀਨਿਆਂ ਦੀ ਮਹਾਮਾਰੀ ਤੋਂ ਅੱਕੇ ਪਏ ਹਾਂ। ਵੈਨਕੂਵਰ ਪੁਲਿਸ ਵਿਭਾਗ ਨੇ ਕਿਹਾ ਕਿ ਜਦੋਂ ਉਹ ਸ਼ਾਂਤੀਪੂਰਵਕ ਇਕੱਠੇ ਹੋਣ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਲੋਕਾਂ ਦੇ ਅਧਿਕਾਰਾਂ ਦਾ ਪੁਰਜ਼ੋਰ ਸਮਰਥਨ ਕਰਦੇ ਨੇ, ਅਧਿਕਾਰੀਆਂ ਨੂੰ ਜਨਤਕ ਸੁਰੱਖਿਆ ਦਾ ਸੰਤੁਲਨ ਵੀ ਬਣਾਉਣਾ ਚਾਹੀਦਾ ਹੈ। ਸਰਜਨ ਸਟੀਵ ਨੇ ਕਿਹਾ ਕਿ ਅਸੀਂ ਇਸ ਪ੍ਰਦਰਸ਼ਨ ਦੀ ਨਿਗਰਾਨੀ ਕਰਾਂਗੇ ਤੇ ਜਨਤਕ ਸੁਰੱਖਿਆ ਨੂੰ ਖਤਰੇ ਵਿੱਚ ਪਾਉਣ ਦੇ ਲਈ ਬਹੁਤ ਸਾਰੇ ਵਿਕਲਪ ਰੱਖਾਂਗੇ। ਪਿਛਲੇ ਹਫ਼ਤੇ ਦੇ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ BC ਦੇ ਵਿੱਚ ਬਹੁਤ ਸਾਰੇ ਸਿਹਤ ਸੰਭਾਲ ਕਰਮਚਾਰੀ ਆਪਣੀ ਨਿਰਾਸ਼ਾ ਜ਼ਾਹਰ ਕਰਨ ਲਈ ਸੋਸ਼ਲ ਮੀਡੀਆ ਤੇ ਗਏ। ਬਹੁਤ ਸਾਰੀਆਂ ਚਿੰਤਾਜਨਕ ਕਹਾਣੀਆਂ ਸਾਹਮਣੇ ਆਈਆਂ ਹਨ। ਇੱਥੋਂ ਤੱਕ ਕਿ ਕੁਝ ਕੈਂਸਰ ਦੇ ਮਰੀਜ਼ਾਂ ਨੂੰ ਵੀ ਬੇਕਾਬੂ ਲੋਕਾਂ ਦੀ ਭੀੜ ਵਿੱਚੋਂ ਲੰਘਣ ਦਾ ਮੰਜ਼ਰ ਯਾਦ ਕਰਾਉਂਦਾ ਹੈ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਸਿਹਤ ਕਰਮਚਾਰੀ ਪਹਿਲਾਂ ਹੀ ਕੋਵਿਡ ਦੇ ਖਤਰੇ ਦੀ ਘੰਟੀ ਵੱਜਦੇ ਦਿਨ ਰਾਤ ਕੰਮ ਕਰ ਰਹੇ ਨੇ ਤੇ ਕਈ ਸਟਾਫ ਮੈਂਬਰ ਸਟ੍ਰੈਸ ਤੇ ਵਾਧੂ ਤਣਾਅ ਦੇ ਵਿੱਚ ਨੇ। ਇੰਨਾ ਹੀ ਨਹੀਂ, ਪ੍ਰਦਰਸ਼ਨ ਯੋਜਨਾਬੱਧ ਸਥਾਨਾਂ ਦੇ ਸਮਰਥਕਾਂ ਨੂੰ ਵੀ ਵੱਡਿਆ ਹੋਇਆ ਦਿਖਾਈ ਦੇ ਰਿਹਾ ਹੈ। ਬਹੁਤ ਸਾਰੇ ਆਨਲਾਈਨ ਸਵਾਲਾਂ ਦੇ ਨਾਲ ਇਹ ਪੁੱਛੇ ਦੇਖੇ ਜਾ ਰਹੇ ਨੇ ਕਿ ਹਸਪਤਾਲ ਹੀ ਕਿਉਂ, ਅਸੀਂ ਦੁਬਾਰਾ ਹਸਪਤਾਲ ਹੀ ਕਿਉਂ ਘੇਰ ਰਹੇ ਹਾਂ। ਸਾਨੂੰ ਰੈਲੀ ਕਰਨ ਦੀ ਥਾਂ ਤਬਦੀਲ ਕਰਨੀ ਚਾਹੀਦੀ ਹੈ। ਅਸੀਂ ਹੁਣ ਹਸਪਤਾਲ ਨਹੀਂ ਜਾ ਰਹੇ। ਸੋਮਵਾਰ ਤੱਕ ਬਹੁਤ ਸਾਰੇ ਸਮਾਗਮਾਂ, ਸੇਵਾਵਾਂ ਤੇ ਕਾਰੋਬਾਰਾਂ ਤੱਕ ਪਹੁੰਚਣ ਦੇ ਲਈ ਲੋਕਾਂ ਨੂੰ ਕੋਵਿਡ-19 ਟੀਕੇ ਦੇ ਘੱਟੋ-ਘੱਟ ਇੱਕ ਸ਼ਾਟ ਦਾ ਸਬੂਤ ਦਿਖਾਉਣਾ ਲਾਜ਼ਮੀ ਹੋਵੇਗਾ। BC ਵੈਕਸੀਨ ਕਾਰਡ ਪੜਾਵਾਂ ਦੇ ਵਿੱਚ ਪੇਸ਼ ਕੀਤਾ ਜਾਏਗਾ। 24 ਅਕਤੂਬਰ ਤੱਕ ਇਹਨਾਂ ਸੈਟਿੰਗਾਂ ਤੱਕ ਪਹੁੰਚਣ ਦੇ ਲਈ 2 ਖੁਰਾਕਾਂ ਦੀ ਲੋੜ ਹੋਵੇਗੀ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ ਇੱਕ ਨਵੀਂ ਰਿਪੋਰਟ ਦੇ ਮੁਤਾਬਕ ਕ੍ਰਿਟੀਕਲ ਦੇਖਭਾਲ ਯੂਨਿਟ ਦੇ ਵਿੱਚ ਕੋਵਿਡ-19 ਦੇ ਜਿਹੜੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ, ਉਹਨਾਂ ਤੇ ਆਉਣ ਵਾਲਾ ਖਰਚਾ ਜਿਹੜਾ ਹੈ ਉਹ 50,000 ਤੱਕ ਪਹੁੰਚ ਸਕਦਾ ਹੈ, ਜਦਕਿ ਦਿਲ ਦਾ ਦੌਰਾ ਪੈਣ ਕਰਕੇ ਹਸਪਤਾਲ ਦੇ ਵਿੱਚ ਜਿਹੜੇ ਭਰਤੀ ਹੋਏ ਮਰੀਜ਼ ਤੇ $8400 ਤੱਕ ਦਾ ਖਰਚਾ ਆਉਂਦਾ ਹੈ। ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਦੀ ਰਿਪੋਰਟ ਦੇ ਮੁਤਾਬਕ ICU ਦੇ ਵਿੱਚ ਟ੍ਰੀਟ ਕੀਤੇ ਜਾਂਦੇ ਨਮੋਨੀਆ ਦੇ ਮਰੀਜ਼ ਦੇ $8000 ਦਾ ਖਰਚ ਆਉਂਦਾ ਹੈ। ਇਸ ਰਿਪੋਰਟ ਦੇ ਵਿੱਚ ਜਨਵਰੀ
2020 ਤੋਂ ਲੈ ਕੇ ਮਾਰਚ 2021 ਤੱਕ ਦਾ ਖਰਚਾ ਸ਼ਾਮਿਲ ਕੀਤਾ ਜਾ ਰਿਹਾ ਹੈ। ਇਸ ਦੇ ਮੁਤਾਬਕ ਕੋਵਿਡ-19 ਕਾਰਨ ਕੈਨੇਡਾ ਦੇ ਹੈਲਥ ਸਿਸਟਮ ਤੇ ਬਿਲੀਅਨ ਡਾਲਰ ਤੋਂ ਵੱਧ ਦਾ ਖਰਚ ਹੋ ਚੁੱਕਿਆ ਹੈ ਤੇ ਇਸ ਦੇ ਵਿੱਚ ਕਿਬੇਕ ਦੇ ਵਿੱਚ ਹੋਇਆ ਤੇ ਡਾਕਟਰਾਂ ਤੇ ਹੋਇਆ ਖਰਚ ਸ਼ਾਮਿਲ ਨਹੀਂ ਕੀਤਾ ਗਿਆ। ਯੂਨੀਵਰਸਿਟੀ ਆਫ ਟੋਰਾਂਟੋ ਦੇ ਇੱਕ ਮਾਹਰ ਦਾ ਕਹਿਣਾ ਸੀ ਕਿ ਇਹਨਾਂ ਖਰਚਿਆਂ ਤੋਂ ਇਲਾਵਾ ਵੀ कई होर खर्चे हो रहे हैं जिन्हां विच मैंटल हैल्थ नाल जुड़े खर्चे शामिल ने। उन्होंने कहा है कि इस समय सेहत सेवावां दे विच होर पैसे शामिल करने की चर्चा करनी बहुत जरूरी है। जो अगे खबर सियासत दे नाल जुड़ी हुई दस दिए कि लगातार इस वेले सर्वे चल रहे हैं ते सर्वे मुहिमां दे विच इस वेले कंजरवेटिव जिहड़ी है वो लीड रोल दे विच देखी जा रही है, जिस करके किते ना किते एनडीपी ते लिबरल दे लई राह औखी भी दिखाई दे रही है ते चिंताजनक भी। हालांकि लिबरल दे वल्लों कोशिशां कीतीआं जा रहीआं ने कि गवाचे होए जिहड़े उन्हां दे वोटर ने उन्हां नूं भालिया जावे ते उन्हां नूं दस्सिया जावे कि ਉਹ एनडीपी ते कंजरवेटिव नूं वोट ना पाण। पर फिलहाल जिहड़ा राह उन्हां वास्ते औखी लग रही है, जिस लई जद्दोजहद लिबरल नूं भी करनी पै रही है। कंजरवेटिव लीड थोड़ी वधदी जा रही है। फैडरल चोणां दी दौड़ दौरान काफ़ी सख्ती देखी जा रही है। एक नवां सर्वेखण सुझाव दिंदा है पर कंजरवेटिवां दी रफ्तार वधदी जा रही है क्योंकि लिबरल ते एनडीपी दीआं मुहिमां रुक रहीआं ने। इप्सोस दे पोल दे विच पाया गया है कि 35% निर्धारित वोटर टोरीज नूं वोट पाउणगे, जो पिछले हफ्ते दे मुकाबले 3 अंक वध है। लिबरलां नूं 1% वध के 32% वोटां मिलणगीआं, जदों कि एनडीपी 21% प्राप्त करने लई 2 अंक हेठां चली गई है। इप्सोस पब्लिक अफेयर्स के सीईओ डैरल ब्रेकर ने कहा है कि मैं सोचता हाँ कि वह कंजरवेटिव के पिछे सज्जे पासे वोट का इकट्ठ है। लोग भरोसा करना शुरू कर रहे हैं कि कंजरवेटिव असल दे विच इस बार लिबरल पार्टी नूं हराउण दे योग हो सकते हैं। नवे पोल के मुताबक चोण मुहिम की शुरुआत तो बाद पहली बार यह इशारा मिल रहा है कि लिबरल के संभावित वोट शेयर वध रहे हैं, जिवें कि पार्टी नेता जस्टिन ट्रूडो के नाल निराशा की लहर ते उन्हां दे चोण काल के समय दे नाल लड़दी दिखाई दे रही है। इस दे उलट एनडीपी हुण तक सारी मुहिम दौरान वधदी जा रही है, जिथे पार्टी का समर्थन एक दीवार दे नाल जा टकराउंदा है। ब्रेकर ने कहा है कि हुण तक अजिहा लगदा है कि प्रगतिशील वोट जिहड़ा है वह वंडिया होया है, जिसने सुझाव दिता है कि लिबरल कुछ पिछले वोटरां नूं वापस लिया सकते हैं जो कि एनडीपी दे विच जंपिंग शिप नाल खेड रहे हैं। लिबरल पार्टी गुम हो चुके लिबरल वोटरां ते भी ध्यान केंद्रित करने की कोशिश कर रही है ते उन्हां नूं समझाउण दी कोशिश कर रही है कि तुसीं कंजरवेटिवां नूं रोकना चाहुंदे हो, जिस नूं असीं देश दे भविख लई बहुत डरावने प्रभाव दे वजों देख रहे हां, ਤਾਂ वोट ना पाओ, एनडीपी नूं भी वोट ना पाओ। पर सानू वेखना पवेगा कि एनडीपी वाले पासे इस वेले थोड़ा हंगामा जिहा लग रहा है, शायद लिबरल का प्रभाव थोड़ा वधिया है। अगाह वधू वंड नूं अगे तोरना लिबरल ते एनडीपी वोटरां दे विच बेचैनी नूं पैदा करदा है, जिन्हां विचों अद्धे तो घੱਟ ने कहा है कि वो अपनी पसंद बारे निश्चित ने। कंजरवेटिव वोटरां दी थोड़ी बहुमत 53% ने कहा कि उन्होंने अपनी वोट बारे भरोसा है। यह पोल जिसने पिछले हफ्ते के अंत में 1500 कैनेडियन का ऑनलाइन सर्वेखण किया, जिस विच पाया गया कि ग्रीन पार्टी पिछले हफ्ते के मुकाबले 2 अंकों की गिरावट नाल सिर्फ 2% वोटां की कमाई करेगी तो पीपल्स पार्टी ऑफ कैनेडा के नाल बनेगी। मतदान सुझाव दिंदा है कि ब्लॉक क्वेबेकवा दे विच 34% समर्थन ते कायम है या राष्ट्रीय पद्धर ते 7% है। सर्वेखण किए गए 12% कैनेडियनां नूं इस बारे कोई फैसला नहीं आया कि ਉਹ किस नूं वोट पाउण, जदों कि 4% ने कहा है कि वो बिल्कुल भी वोट नहीं पाउणगे। सिर्फ अटलांटिक कैनेडा दे विच किसी भी होर पार्टी नालों लिबरल का ज़्यादा समर्थन किया जा रहा है। सर्वेखण किए गए 44% लोगों ने कहा है कि वो सत्ताधारी नूं ही वोट पाउणगे। जिस तो चैनल पंजाबी की रिपोर्ट। महामारी दौरान एडवांस पोलिंग का रस्ता नज़दीक आ रहा है। ਲੱਖਾਂ कैनेडियन वोटिंग प्रक्रिया ਦੇ ਲਈ ਜਾ ਰਹੇ ਨੇ। ਅਜਿਹੇ ਦੇ ਵਿੱਚ ਚੋਣ ਕਮਿਸ਼ਨ ਦੇ ਵੱਲੋਂ ਸਾਰਿਆਂ ਨੂੰ ਸੁਰੱਖਿਅਤ ਵੋਟ ਪੋਲਿੰਗ ਦੀ ਤਾਕੀਦ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਐਡਵਾਂਸ ਪੋਲਿੰਗ ਹਰ ਚੋਣਾਂ ਦੇ ਵਿੱਚ ਕਾਫੀ ਮਹੱਤਵਪੂਰਨ ਹੁੰਦੀ ਹੈ। ਕੋਈ ਵੀ ਵੋਟਰ 13 ਸਤੰਬਰ ਤੱਕ ਆਪਣੀ ਪੋਲਿੰਗ ਸਟੇਸ਼ਨ ਤੇ ਆਪਣੀ ਰਾਈਡਿੰਗ ਦੀ ਐਡਵਾਂਸ ਵੋਟਿੰਗ ਕਰ ਸਕਦਾ ਹੈ। ਵਿਅਕਤੀਗਤ ਰੂਪ ਦੇ ਵਿੱਚ ਵੋਟ ਪਾਉਣ ਦਾ ਸਮਾਂ ਨਜ਼ਦੀਕ ਆ ਗਿਆ ਹੈ। ਲੱਖਾਂ ਕੈਨੇਡੀਅਨ ਸ਼ੁੱਕਰਵਾਰ ਨੂੰ ਵੋਟਿੰਗ ਸਟੇਸ਼ਨਾਂ ਤੇ ਵੋਟ ਪਾਉਣ ਦੇ ਯੋਗ ਹੋਣਗੇ ਕਿਉਂਕਿ ਦੇਸ਼ ਭਰ ਦੇ ਵਿੱਚ ਐਡਵਾਂਸ ਪੋਲ ਖੁੱਲ ਗਏ ਨੇ। ਕੋਈ ਵੀ ਯੋਗ ਵੋਟਰ 13 ਸਤੰਬਰ ਤੱਕ ਆਪਣੀ ਪੋਲਿੰਗ ਸਟੇਸ਼ਨ ਤੇ ਆਪਣੀ ਰਾਈਡਿੰਗ ਦੀ ਐਡਵਾਂਸ ਵੋਟਿੰਗ ਕਰ ਸਕਦਾ ਹੈ। ਇਲੈਕਸ਼ਨ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਹੈ ਕਿ ਐਡਵਾਂਸ ਵੋਟਿੰਗ ਕੈਨੇਡਾ ਦੀਆਂ ਚੋਣਾਂ ਦੇ ਵਿੱਚ ਇੱਕ ਪ੍ਰਸਿੱਧ ਢੰਗ ਸਾਬਿਤ ਹੋ ਰਹੀ ਹੈ। ਉਹਨਾਂ ਦੱਸਿਆ ਕਿ 2019 ਦੀਆਂ ਚੋਣਾਂ ਦੇ ਵਿੱਚ 4,840,300 ਵੋਟਰ ਐਡਵਾਂਸ ਪੋਲਿੰਗ ਲਈ ਗਏ ਸਨ, ਜਦੋਂ ਕਿ 2015 ਦੇ ਵਿੱਚ 3,657,415 ਨੇ ਅਜਿਹਾ ਕੀਤਾ ਸੀ। ਦੇਸ਼ ਦੇ ਵਿੱਚ कोविड-19 ਦੀ ਚੌਥੀ ਲਹਿਰ ਹੈ। ਮਾਡਲਸੇ ਨੇ ਕਿਹਾ ਕਿ ਸੰਭਵ ਹੈ ਕਿ ਇਸ ਵਾਰ ਐਡਵਾਂਸ ਪੋਲਿੰਗ ਦੇ ਲਈ ਵੋਟਿੰਗ ਦੁਬਾਰਾ ਵਧੇ, ਪਰ ਕੁਝ ਵੀ ਹੋ ਸਕਦਾ ਹੈ। ਉਹਨਾਂ ਨਾਲ ਹੀ ਕਿਹਾ ਕਿ ਐਡਵਾਂਸ ਪੋਲਿੰਗ ਸਟੇਸ਼ਨ ਭੀੜ ਭੜੱਕੇ ਵਾਲੇ ਨਹੀਂ ਹੁੰਦੇ ਤੇ ਇਹ ਕੁਸ਼ਲਤਾ ਨਾਲ ਦਾਖਲ ਹੋਣ ਤੇ ਆਪਣੀ ਵੋਟ ਪਾਉਣ ਲਈ ਇੱਕ ਖਾਸ ਤਰੀਕਾ ਹੁੰਦਾ ਹੈ। ਅਸੀਂ ਸੱਚਮੁੱਚ ਲੋਕਾਂ ਨੂੰ ਦੱਸ ਰਹੇ ਹਾਂ ਕਿ ਐਡਵਾਂਸ ਪੋਲ ਤੇ ਚੋਣਾਂ ਦੇ ਦਿਨ ਵਿਅਕਤੀਗਤ ਰੂਪ ਦੇ ਵਿੱਚ ਵੋਟਿੰਗ ਕਰਨਾ ਅਜੇ ਵੀ ਵੋਟ ਪਾਉਣ ਦਾ ਸਭ ਤੋਂ ਸੌਖਾ ਤੇ ਪ੍ਰਭਾਵਸ਼ਾਲੀ ਤਰੀਕਾ ਹੈ।
ਕੈਨੇਡਾ 15 ਅਗਸਤ ਤੋਂ ਚੋਣ ਢੰਗ ਦੇ ਵਿੱਚ ਹੈ ਤੇ ਪਾਰਟੀ ਦੇ ਨੇਤਾ ਵੋਟਰਾਂ ਨੂੰ ਆਪਣੇ ਪੱਖ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਵਿੱਚ ਦੇਸ਼ ਦੇ ਦੌਰੇ ਵਿੱਚ ਰੁੱਝੇ ਹੋਏ ਨੇ। ਨੇਤਾਵਾਂ ਨੇ ਬੁੱਧਵਾਰ ਰਾਤ ਨੂੰ 2 ਅਧਿਕਾਰਤ ਬਹਿਸਾਂ ਦੇ ਵਿੱਚੋਂ ਪਹਿਲੇ ਵਿੱਚ ਹਿੱਸਾ ਲਿਆ ਤੇ ਫ੍ਰੈਂਚ ਦੇ ਵਿੱਚ ਵਪਾਰਕ ਬਹਿਸ ਹੋਈ। ਅੰਗਰੇਜ਼ੀ ਭਾਸ਼ਾ ਦੀ ਡਿਬੇਟ ਅੱਜ ਹੋਣ ਜਾ ਰਹੀ ਹੈ। ਇਹ ਡਿਬੇਟ ਉਦੋਂ ਹੋਣ ਜਾ ਰਹੀ ਹੈ ਜਦੋਂ ਕੁਝ ਕੈਨੇਡੀਅਨ ਅਜੇ ਵੀ ਨਹੀਂ ਜਾਣਦੇ ਕਿ ਉਹ ਵੋਟ ਕਿਸ ਨੂੰ ਪਾ ਸਕਦੇ ਨੇ। ਇਪਸੋਸ ਦੇ ਨਵੇਂ ਪੋਲ ਦੇ ਮੁਤਾਬਕ 13% ਮੰਨਦੇ ਨੇ ਕਿ ਉਹ ਅਜੇ ਵੀ ਵੋਟ ਪਾਉਣ ਦਾ ਫੈਸਲਾ ਨਹੀਂ ਕਰ ਪਾਏ। ਲਗਭਗ ਅੱਧੇ ਵੋਟਰਾਂ ਨੂੰ ਵੀ ਦਿਖਾਇਆ ਗਿਆ ਹੈ ਜਿਨ੍ਹਾਂ 'ਚ 47% ਕਿਸੇ ਵੀ ਪਾਰਟੀ ਨੂੰ ਪਸੰਦ ਨਹੀਂ ਕਰਦੇ, ਜਦੋਂ ਕਿ 50% ਨੇ ਕਿਹਾ ਹੈ ਕਿ ਮਹਾਮਾਰੀ ਦੇ ਕਾਰਨ ਇਸ ਸਮੇਂ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ। ਇਸ ਤਰ੍ਹਾਂ ਦੀ ਨੇੜਲੀ ਦੌੜ ਦੇ ਵਿੱਚ ਹਰ ਵੋਟਰ ਦੀ ਗਿਣਤੀ ਹੁੰਦੀ ਹੈ ਤੇ ਹਰ ਵੋਟ ਵੀ ਕਾਊਂਟ ਹੁੰਦੀ ਹੈ। ਨਾਲ ਹੀ ਉਹਨਾਂ ਕਿਹਾ ਕਿ ਕੈਨੇਡੀਅਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਚੌਥੀ ਲਹਿਰ ਦੌਰਾਨ ਵਿਅਕਤੀਗਤ ਵੋਟਿੰਗ ਸੁਰੱਖਿਅਤ ਰਹੇਗੀ। ਉਹਨਾਂ ਨੇ ਵਿਅਕਤੀਗਤ ਵੋਟਿੰਗ ਦੀ ਤੁਲਨਾ ਗਰੋਸਰੀ ਸਟੋਰ ਦੇ ਨਾਲ ਕੀਤੀ ਤੇ ਵੋਟਰ ਇਲੈਕਸ਼ਨਸ ਕੈਨੇਡਾ ਸਟਾਫ ਤੋਂ ਸਾਰੇ ਸਿਹਤ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਉਮੀਦ ਉਹਨਾਂ ਕਿਹਾ ਕਰ ਸਕਦੇ ਨੇ। ਉਦਾਹਰਣ ਵਜੋਂ ਉਹਨਾਂ ਕਿਹਾ ਕਿ ਕੈਨੇਡੀਅਨ ਪੋਲ ਵਰਕਰਾਂ ਤੋਂ ਫੇਸ ਮਾਸਕ ਪਾਉਣ ਦੀ ਉਮੀਦ ਕਰ ਸਕਦੇ ਨੇ ਤੇ ਉਹ ਪਲੈਕਸੀਗਲਾਸ ਦੇ ਪਿੱਛੇ ਹੋਣਗੇ। ਇੱਥੇ ਸੁਰੱਖਿਆ ਸਟੇਸ਼ਨ ਵੀ ਹੋਣਗੇ ਤੇ ਸਮਾਜਿਕ ਦੂਰੀਆਂ ਲਾਗੂ ਕੀਤੀਆਂ ਜਾਣਗੀਆਂ। ਬਦਲਸੇ ਨੇ ਕਿਹਾ ਹੈ ਕਿ ਇੱਕ ਵਾਰ ਜਦੋਂ ਤੁਸੀਂ ਆਪਣੇ ਆਪ ਦੀ ਜਾਂਚ ਕਰ ਲਓ ਤਾਂ ਤੁਸੀਂ ਸੱਚਮੁੱਚ ਬਹੁਤ ਲੰਬੇ ਸਮੇਂ ਲਈ ਉੱਥੇ ਹੋਵੋਗੇ। ਅਸਲ ਵਿੱਚ ਵੋਟ ਪਾਉਣ ਦੀ ਪ੍ਰਕਿਰਿਆ ਮਹਿਜ਼ 5 ਮਿੰਟ ਦੀ ਹੀ ਹੁੰਦੀ ਹੈ। ਜਿਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਅਫਗਾਨਿਸਤਾਨ ਦੇ ਵਿੱਚ ਹਾਲਾਤ ਕਾਫੀ ਭਿਆਨਕ ਬਣੇ ਹੋਏ ਨੇ। ਖਾਸ ਕਰ ਔਰਤਾਂ ਦੀ ਹਾਲਤ ਕਾਫੀ ਤਰਸਯੋਗ ਹੋਣ ਜਾ ਰਹੀ ਹੈ। ਤਾਲਿਬਾਨ ਤੋਂ ਆਪਣੀ ਜਾਨ ਬਚਾ ਕੇ ਭੱਜੀ ਪੌਪ ਸਟਾਰ ਤੇ ਔਰਤਾਂ ਦੇ ਹੱਕਾਂ ਦੇ ਲਈ ਲੜਨ ਵਾਲੀ ਅਰਿਆਨਾ ਸਈਦ ਨੇ ਵੀ ਇਸ ਸੰਬੰਧੀ ਉੱਥੋਂ ਦੇ ਹਾਲਾਤਾਂ ਉੱਤੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਤਾਲਿਬਾਨ ਅਧੀਨ ਬਣਨ ਵਾਲੀ ਸਰਕਾਰ ਵਿੱਚ ਔਰਤਾਂ ਨੂੰ ਕੋਈ ਵੀ ਨੁਮਾਇੰਦਗੀ ਨਾ ਦੇਣਾ ਇਸ ਗੱਲ ਦੀ ਵੱਡੀ ਉਦਾਹਰਣ ਹੈ ਕਿ ਉਹਨਾਂ ਦੀ ਹਾਲਤ ਕਿਵੇਂ ਦੀ ਹੈ। It was extremely hard. We literally, had to escape in a really, really hard situation where our car was stopped by, a Taliban checkpoint, and we passed through like 5 Taliban checkpoints at 1 o'clock at night, and then we had to walk through thousands of people, and we had to run through bullets. But eventually we were, one of those lucky ones who actually made it out. But my heart still bleeds for the thousands of people who were left behind there, and they're still waiting to be rescued. I mean, it's absolutely crazy and scary to me. I mean, you can see, a bunch of terrorists are trying to take over the government. For example, the head of Interior Ministry today is a very dangerous, member of the Haqqani group who were linked to Al-Qaeda before. And at least another 3 more members of Haqqani groups are the heads of other ministries in Afghanistan, and they're all linked to Al-Qaeda. And this is quite concerning and quite scary for all of us, and it's not acceptable for any as Afghans out there. And I mean, in this new government, people don't even have anything to say in it. They're just imposing things on people, and they are forcing them to accept it. And the most concerning thing in here for me is there is no Ministry of Women Affairs, and the women are not even involved in this government. And it's quite, concerning, and I really, really hope that the international community would actually, wake up and they help Afghan people, the Afghan nation, and I hope that they do not recognize Taliban officially as the new government, because they're actually a bunch of Pakistani terrorists who have taken Afghanistan over, and they're trying to rule. ਬੁਲੇਟਿਨ ਦੇ ਅਖੀਰ ਦੇ ਵਿੱਚ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਖਬਰਾਂ ਲੈ ਕੇ ਦੋਸਤੋ ਤੁਹਾਡੇ ਲਈ ਐਡਮਿੰਟਨ ਸ਼ਹਿਰ ਤੋਂ ਹਾਜ਼ਰ ਹਾਂ। ਅੱਜ ਅਲਬਰਟਾ ਦੇ ਵਿੱਚ ਡਾਕਟਰ ਡੀਨਾ ਹਿੰਸ਼ਾ ਔਰ ਅਲਬਰਟਾ ਦੇ ਹੈਲਥ ਮਿਨਿਸਟਰ ਟਾਇਲਰ ਸ਼ੈਂਡਰੋ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜੀ ਕਾਫੀ ਦੇਰ ਤੋਂ ਬਾਅਦ। ਔਰ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਅਲਬਰਟਾ ਦੇ ਵਿੱਚ ਵੱਧ ਰਹੇ ਕੇਸ ਨੇ ਉਹਨਾਂ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਣਾ ਆ ਅਤੇ ਉਹਦੇ ਬਾਰੇ ਉਹਨਾਂ ਨੇ ਗੱਲਬਾਤ ਕੀਤੀ ਆ। ਪਹਿਲੀ ਗੱਲ ਤੇ ਸ਼ੈਂਡਰੋ ਹੋਰਾਂ ਨੇ ਇਹ ਦੱਸੀ ਆ ਜੀ ਵੀ ਅਲਬਰਟਾ ਦੇ ਹਸਪਤਾਲਾਂ ਦੇ ਵਿੱਚ ਕਿਉਂਕਿ ਬੈੱਡ ਜਿਹੜੇ ਆ ਭਰਦੇ ਤੁਰੇ ਜਾ ਰਹੇ ਨੇ, ਉਹ ਉੱਥੋਂ ਕੁਝ ਲੋਕਾਂ ਨੂੰ ਜਿਹੜੇ ਪੇਸ਼ੈਂਟ ਆ ਹੋਰ ਥਾਵਾਂ ਦੇ ਉੱਤੇ ਭੇਜ ਰਹੇ ਨੇ, ਔਰ ਤਾਂ ਕਿ ਜਿਹੜੇ ਕੋਵਿਡ-19 ਵਾਲੇ ਪੇਸ਼ੈਂਟਸ ਆ ਉਹਨਾਂ ਦਾ ਇਲਾਜ ਹਸਪਤਾਲ ਵਿੱਚ ਕੀਤਾ ਜਾ ਸਕੇ। ਇਹ ਗੱਲ ਉਹਨਾਂ ਨੇ ਅੱਜ ਆਖੀ ਆ।
ਔਰ ਦੂਸਰੀ ਗੱਲ ਹੈ ਜੀ ਵੀ ਜਿਹੜੇ ਨੰਬਰ ਆ ਉਹ ਕਾਫੀ ਵੱਧ ਰਹੇ ਨੇ, ਉਹਨਾਂ ਤੇ ਠੱਲ ਪਾਉਣ ਨੂੰ ਸਤੰਬਰ 27 ਤੋਂ ਕੁਝ ਛੋਟਾਂ ਹੋਰ ਜਿਹੜੀਆਂ ਸੀਗੀਆਂ ਹਟਾ ਦਿੱਤੀਆਂ ਜਾਣੀਆਂ ਸੀ ਰਿਸਟ੍ਰਿਕਸ਼ਨਸ, ਉਹ ਉਹਨਾਂ ਨੇ ਪੋਸਟਪੋਨ ਕਰ ਦਿੱਤੀਆਂ ਕਿ ਉਹ ਨਹੀਂ ਕਰਨੀਆਂ। ਹੁਣ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਇਨਡੋਰ ਗੈਦਰਿੰਗਸ ਹੈਗੀਆਂ ਜਾਂ ਈਵਨ ਇਨਡੋਰ ਕੰਮਕਾਰ ਵਾਲੀਆਂ ਜਗ੍ਹਾ ਵੀ ਹੈਗੀਆਂ ਜੀ, ਉਹ ਕਹਿੰਦੇ ਵੀ ਉੱਥੇ ਸਾਰਿਆਂ ਨੂੰ ਮਾਸਕ ਪਾ ਕੇ ਰੱਖਣਾ ਚਾਹੀਦਾ। ਇਹ ਜ਼ਰੂਰੀ ਕਰ ਦਿੱਤਾ ਗਿਆ ਆ। ਚਾਹੇ ਤੁਸੀਂ ਟਰਾਂਜ਼ਿਟ 'ਤੇ ਜਾ ਰਹੇ ਹੋ, ਟੈਕਸੀ ਵਿੱਚ ਹੋ ਕਿਤੇ, ਉੱਥੇ ਵੀ ਤੁਹਾਨੂੰ ਮਾਸਕ ਪਾਉਣਾ ਪਏਗਾ। ਡਾਕਟਰ ਡੀਨਾ ਹਿੰਸ਼ਾ ਹੋਰਾਂ ਨੇ ਜਿਸ ਗੱਲ 'ਤੇ ਐਮਫੈਸਿਸ ਕੀਤਾ ਆ ਉਹ ਹੈ ਵੈਕਸੀਨੇਸ਼ਨ 'ਤੇ। ਉਹਨਾਂ ਦੱਸਿਆ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਭਰਮ ਭੁਲੇਖੇ ਨੇ, ਜਿਸ ਤਰ੍ਹਾਂ ਕਿ ਗਰਭਵਤੀ ਔਰਤਾਂ ਜਿਹੜੀਆਂ ਆ ਵੀ ਉਹ ਅਗਰ ਵੈਕਸੀਨੇਸ਼ਨ ਦਾ ਟੀਕਾ ਲਵਾਉਂਦੀਆਂ ਤੇ ਉਹਨਾਂ ਨੂੰ ਨੁਕਸਾਨ ਹੋ ਸਕਦਾ। ਇੱਦਾਂ ਦੀਆਂ ਗੱਲਾਂ ਜਿਹੜੀਆਂ ਨੈੱਟ 'ਤੇ ਜਾਂ ਹੋਰ ਲੋਕਾਂ ਕੋਲੋਂ ਸੁਣ ਕੇ ਲੋਕ ਜਿਹੜੇ ਆ ਟੀਕੇ ਨਹੀਂ ਲਗਵਾ ਰਹੇ, ਉਸ 'ਤੇ ਉਹਨਾਂ ਨੇ ਐਮਫੈਸਾਈਜ਼ ਕੀਤਾ ਵੀ ਨਹੀਂ ਭਾਈ, ਇੱਦਾਂ ਦੀ ਕੋਈ ਗੱਲ ਨਹੀਂ ਹੈ, ਤੁਹਾਨੂੰ ਜਿਹੜਾ ਟੀਕਾ ਉਹ ਜ਼ਰੂਰ ਲਵਾ ਲੈਣਾ ਚਾਹੀਦਾ। ਜਦੋਂ ਉਹਨਾਂ ਨੇ ਨੰਬਰਾਂ ਦੀ ਗੱਲ ਕੀਤੀ ਤੇ ਉਹ ਕਹਿੰਦੇ ਵੀ ਜਿਹੜੇ ਲੋਕ ਹਸਪੀਟਲ ਦੇ ਵਿੱਚ ਹੁਣ ਇਨਫੈਕਟ ਹੋ ਕੇ ਆ ਰਿਹਾ, ਉਹਦੇ ਵਿੱਚੋਂ ਬਹੁਤ ਵੱਡੀ ਪਰਸੈਂਟੇਜ ਜਿਹੜੀ ਆ 90% ਦੇ ਕਰੀਬ ਉਹ ਲੋਕ ਨੇ ਜਿਹੜੇ ਅਨਵੈਕਸੀਨੇਟਡ ਨੇ, ਜਿਨ੍ਹਾਂ ਦੇ ਟੀਕੇ ਨਹੀਂ ਲੱਗੇ ਹੋਏ। ਸੋ ਉਹ ਬਾਰ-ਬਾਰ ਇਸੇ ਗੱਲ 'ਤੇ ਹੀ ਉਹਨਾਂ ਦਾ ਜ਼ੋਰ ਹੈਗਾ ਵੀ ਜਿਨ੍ਹਾਂ ਲੋਕਾਂ ਨੇ ਹਜੇ ਤੱਕ ਟੀਕੇ ਨਹੀਂ ਲਗਵਾਏ ਉਹ ਟੀਕੇ ਜ਼ਰੂਰ ਲਗਵਾ ਲੈਣ ਤਾਂ ਕਿ ਹੋਰ ਲੋਕਾਂ ਦੀ ਸਿਹਤ 'ਤੇ ਅਸਰ ਨਾ ਪਵੇ। ਔਰ ਦੂਸਰੀ ਆ ਜੀ ਜਿਹੜਾ ਟਰੇਸਿੰਗ ਵਾਲੀ ਗੱਲ ਆ ਉਹ ਉੱਦਾਂ ਹੀ ਕੰਟੀਨਿਊ ਰਹੇਗੀ। ਅਗਰ ਕੋਈ ਬੰਦਾ ਇਨਫੈਕਟ ਹੁੰਦਾ ਹੈ ਤੇ ਉਹਨੂੰ ਜਿਹੜੀ ਆਈਸੋਲੇਸ਼ਨ ਵਿੱਚ ਜਾਣਾ ਪਏਗਾ ਔਰ ਨਾਲੇ ਨਾਲ ਦੱਸਣਾ ਪਏਗਾ ਕਿ ਕਿਹੜੇ ਲੋਕਾਂ ਦੇ ਨਾਲ ਉਹਦਾ ਕਾਂਟੈਕਟ ਰਿਹਾ ਹੈ। ਸੋ ਇਹ ਵੀ ਗੱਲ ਉਹਨਾਂ ਨੇ ਅੱਜ ਕਲੀਅਰ ਕਰ ਦਿੱਤੀ ਹੈ। ਜਿਹੜੀ ਲੋਕਡਾਊਨ ਵਾਲੀ ਗੱਲ ਹੈ ਜੀ ਉਹ ਬਿਲਕੁਲ ਹਜੇ ਨਹੀਂ ਨੇੜੇ ਤੇੜੇ ਲੱਗਦੀ, ਪਰ ਬਹੁਤ ਸਾਰੇ ਜਿਹੜੇ ਹੋਰ ਡਾਕਟਰ ਤੇ ਮਾਹਰ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਅਲਬਰਟਾ ਸਰਕਾਰ ਦੀ ਜਿਹੜੀ ਕਾਰਗੁਜ਼ਾਰੀ ਆ ਉਹ ਬਾਹਲੀ ਚੰਗੀ ਨਹੀਂ ਰਹੀ ਔਰ ਉਹਦੀ ਵਜ੍ਹਾ ਕਾਰਨ ਬਹੁਤ ਸਾਰੇ ਉਹ ਕਹਿੰਦੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਹੜੀਆਂ ਕਿ ਟਾਲੀਆਂ ਜਾ ਸਕਦੀਆਂ ਸੀਗੀਆਂ। ਪਰ ਉਹਨਾਂ ਨੇ ਉਸ ਇਨਐਕਸ਼ਨ ਲਈ ਜਿਹੜਾ ਅਲਬਰਟਾ ਸਰਕਾਰ ਨੂੰ ਜ਼ਿੰਮੇਵਾਰ ਉਹਨਾਂ ਲੋਕਾਂ ਨੇ ਠਹਿਰਾਇਆ ਹੈ। ਔਰ ਦੂਸਰੀ ਖਬਰ ਇੱਕ ਆ ਰਹੀ ਹੈ ਜੀ ਸਾਡੇ ਐਡਮਿੰਟਨ ਸ਼ਹਿਰ ਦੀ, ਉਹ ਇਹ ਆ ਕਿ ਜਿਵੇਂ ਕਹਿੰਦੇ ਹੁੰਦੇ ਨਾ ਵੀ ਤੁਹਾਨੂੰ ਕੋਈ ਮਿਰਗ ਤ੍ਰਿਸ਼ਨਾ ਨਹੀਂ, ਜੇ ਅਖਬਾਰ ਤੁਸੀਂ ਅਸਮਾਨ ਦੇ ਵਿੱਚ ਕੋਈ ਜਹਾਜ਼ ਉੱਡਦਾ ਦੇਖ ਰਹੇ ਆ ਤਾਂ, ਕਿਉਂਕਿ ਮੁੜ ਕੇ ਇੰਟਰਨੈਸ਼ਨਲ ਫਲਾਈਟਸ ਜਿਹੜੀਆਂ ਜੀ ਉਹ ਹੁਣ ਐਡਮਿੰਟਨ ਇੰਟਰਨੈਸ਼ਨਲ ਏਅਰਪੋਰਟ 'ਤੇ ਆਉਣੀਆਂ ਆਰੰਭ ਹੋ ਗਈਆਂ ਨੇ। ਅੱਜ ਜਿਹੜੀ ਇੱਕ ਫਲਾਈਟ ਇੱਥੋਂ ਗਈ ਆ ਉਹ ਲਾਸ ਵੇਗਾਸ ਨੂੰ ਲੋਕਾਂ ਨੂੰ ਲੈ ਕੇ ਗਈ ਜੀ, ਵੈਸਟਜੈਟ ਵਾਲਿਆਂ ਦੀ ਫਲਾਈਟ ਸੀਗੀ। ਔਰ ਪਹਿਲਾਂ ਵੀ ਹੋਰ ਕਈ ਜਿਹੜੇ ਏਅਰਲਾਈਨਸ ਦੇ ਨਾਲ ਇਹਨਾਂ ਨੇ ਗੱਲਬਾਤ ਜਿਹੜੀ ਵੈਸਟਜੈਟ ਨੇ ਕੀਤੀ ਹੋਈ ਆ ਔਰ ਉਹ ਗਾਂ ਤੋਂ ਆਰੰਭ ਹੋ ਰਹੀਆਂ ਨੇ। ਯਾਨੀ ਕਿ ਅੱਜ ਉਹਨਾਂ ਨੇ ਫਲਾਈਟਾਂ ਜਿਹੜੀਆਂ ਇੰਟਰਨੈਸ਼ਨਲ ਫਲਾਈਟਸ ਆ ਜੀ ਅੱਜ ਇੱਥੇ ਖੋਲ੍ਹ ਦਿੱਤੀਆਂ ਗਈਆਂ ਨੇ, ਕਿਉਂਕਿ ਜਿੰਨੀ ਵੀ ਹੈ ਨਾ ਜੀ ਏਅਰਲਾਈਨ ਇੰਡਸਟਰੀ ਉਹ ਦੁਬਾਰਾ ਇਸ ਗੱਲ ਨੂੰ ਸਾਰੀ ਨੂੰ ਹੁਣ ਰੈਚਟ ਅਪ ਕਰ ਰਹੀ ਆ। ਯਾਨੀ ਕਿ ਜਿਹੜੇ ਉਹਨਾਂ ਦੇ ਪਹਿਲੇ ਕੌਂਟੈਕਟ ਹੈਗੇ ਆ, ਜਿਸ ਤਰ੍ਹਾਂ ਦੇ ਉਹਨਾਂ ਦੇ ਪਲਾਨ ਹੁੰਦੇ ਜੀ, ਉਹਨਾਂ ਨੂੰ ਦੁਬਾਰਾ ਲਾਗੂ ਕਰਨ ਜਾ ਰਹੇ ਨੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।